ਸਰੀਰ ਦੇ ਅੰਗ ਜਾਣ ਦੇ ਨਾਲ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ, ਲੇਕਿਨ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ। ਤੁਸੀਂ ਦੇਖ ਸਕਦੇ ਹੋ ਸੱਜੇ ਖੱਬੇ ਜਿਹੜਾ ਸਰਵਾਈਵ ਕਰਨਾ ਮੁਸ਼ਕਿਲ ਹੋ ਰਿਹਾ। ਦੇਖੋ ਹਾਲ ਦੇਖੋ ਨਾ ਜੀ ਪੇਸ਼ੈਂਟ ਦਾ। भारत का अत्याधुनिक शहर चंडीगढ़, स्मार्ट सिटी चंडीगढ़। ये चंडीगढ़ शहर का प्रशासन अपने शहर में रहने वाले कुछ गंभीर बीमारी से ग्रस्त मरीजों को पूरी तरह से इलाज नहीं दे पा रहा है। हीमोफीलिया जो एक ऐसी बीमारी है जो मरीज को मां के गर्भ से ही मिलती है, जिसमें ब्लड क्लॉटिंग जो बिल्कुल नहीं होती और चोट लगने पर रोगी का बहता खून नहीं रुकता। एमरजेंसी के तौर पर इसको सबसे पहले मरीज को देखना पड़ता है अस्पताल प्रशासन को। भारत सरकार ने हर एक डिस्ट्रिक्ट में एक हॉस्पिटल बनाया गया जिसको डिस्ट्रिक्ट हॉस्पिटल बताया जाता है, उसमें ऐसे मरीजों का इलाज किया जाता है। मेरे पास कुछ ऐसे सबूत हैं जो चंडीगढ़ प्रशासन अपने इन मरीजों की देखभाल के लिए बिल्कुल नाकाम साबित हो रहा है। हेमोफिलिक पेशेंट को फैक्टर H नामक का सीरम दिया जाता है, जो प्रशासन पर्याप्त मात्रा में मरीज के लिए रखना पड़ता है। चंडीगढ़ सेक्टर 32 का मेडिकल कॉलेज एंड हॉस्पिटल, इसके लिए डिस्ट्रिक्ट हॉस्पिटल बनाया गया है, जो कि बिल्कुल ही अपनी जिम्मेवारियों को नकार रहा है। फैक्टर 8 नॉट अवेलेबल इन मेडिकल कॉलेज एंड हॉस्पिटल सेक्टर 32। ऐसा प्रशासन को बिल्कुल नहीं लिखना चाहिए। ऐसा करने से वो माननीय पंजाब एवं हरियाणा उच्च न्यायालय के निर्देशों को भी दरकिनार कर रहा है, जिसमें उन्होंने साफ साफ निर्देश दिए हैं कि डायरेक्टर प्रिंसिपल मेडिकल कॉलेज अपने तौर पर 2 लाख तक की परचेज कर सकता है। देखने वाली बात है कि चंडीगढ़ में ऐसे 50 से ऊपर मरीज हैं और 6 लाख यूनिट कम से कम हॉस्पिटल को अपने पास रखने चाहिए। चंडीगढ़ में हीमोफिलिक पेशेंट्स ने अपनी एक सोसाइटी बनाई है, द हीमोफिलिक वेलफेयर सोसाइटी। इन सोसाइटी का कहना है कि पिछले 5-6 महीनों से अस्पताल प्रबंधन उन्हें बार बार चक्कर लगवा रहा है। अगर ऐसे में किसी व्यक्ति की मृत्यु हो जाती है तो उसका जिम्मेदार कौन होगा? आइए मिलवाते हैं ऐसे ही कुछ पेशेंट से, उनकी अपनी जुबानी के पिछले महीनों से उनके साथ क्या बीत रही है। नाम दसोगे जी पहले अपना? ईश्वरपाल सिंह जी। ईश्वरपाल जी दसो ਤੁਸੀਂ ਕਦ ਤੋਂ ਗੰਭੀਰ ਗ੍ਰਸਤ ਹੋ ਇਸ ਬਿਮਾਰੀ ਤੋਂ ਜੀ? ਇਹ ਤਾਂ ਰਾਈਟ ਫਰਮ ਬਰਥ ਹੈ ਸਰ। ਅੱਛਾ ਜੀ। ਹਾਂਜੀ। ਤਾਂ ਕੀ ਪ੍ਰੋਬਲਮਸ ਆ ਰਹੀਆਂ ਸਰ ਇਹਨਾਂ ਨੂੰ? ਪ੍ਰੋਬਲਮ ਸਰ ਉਹ ਇਹ ਫੈਕਟਰ ਦੀ ਅਵੇਲੇਬਿਲਿਟੀ ਦੀ ਹੈ। ਵੈਸੇ ਸਟਾਫ ਇਜ਼ ਵੈਰੀ ਗੁੱਡ, ਹੁਣ ਤੱਕ ਅਵੇਲੇਬਲ ਹੁੰਦਾ ਆਇਆ ਹੈ, ਬਟ ਇਹ ਵੀ ਵਿੱਚੋਂ ਇਹਨਾਂ ਦੇ ਇੰਸਟੈਂਸਿਸ ਹੁੰਦੇ ਆ ਵੀ 6 ਮਹੀਨੇ ਬਾਅਦ ਇਹਨਾਂ ਦਾ ਖਤਮ ਹੋ ਜਾਂਦਾ ਹੈ, 15-15 20 ਦਿਨ ਮਿਲਦਾ ਨਹੀਂ। ਤੇ ਉਹ ਜਿਹੜੇ ਹਫਤਾ ਵੀ ਹੁੰਦਾ ਸਾਡੇ ਲਈ, ਦੈਟ ਇਜ਼ ਰੀਅਲੀ ਵੈਰੀ ਕ੍ਰੂਸ਼ੀਅਲ। ਤੇ ਉਹਦੇ 'ਚ ਇਹ ਹੈ ਵੀ ਜੇ ਇਨ ਕੇਸ ਨਹੀਂ ਜੁਆਇੰਟਸ ਠੀਕ ਹੁੰਦੇ ਤਾਂ ਉਹ ਪ੍ਰੋਬਲਮ ਆ ਸਕਦੀ ਹੈ। ਠੀਕ ਹੈ। ਤੇ ਉਹ ਹੁਣ ਅਵੇਲੇਬਲ ਹੈ ਨਹੀਂ ਆ ਫॉर ਪਾਸਟ ਅਰਾਊਂਡ 8 ਡੇਜ਼ ਉਹ ਅਵੇਲੇਬਲ ਹੈ ਨਹੀਂ ਹੈ ਇਹਨਾਂ ਕੋਲ। ਤੇ ਉਹ ਹੁਣ ਵੀ ਆਈ ਡੋਂਟ ਥਿੰਕ ਬਿਕੋਜ਼ ਗੱਲ ਕਰਕੇ ਆਏ ਸੀ ਇਹਨਾਂ ਨਾਲ, ਉਹ ਕਹਿੰਦੇ ਹਜੇ ਅਵੇਲੇਬਲ ਹੋਣਾ ਵੀ ਨਹੀਂ ਜਲਦੀ ਕਿਤੇ। ਤੇ ਗੋਡ ਨੋਜ਼ ਵੀ ਕਦੋਂ ਅਵੇਲੇਬਲ ਹੁੰਦਾ ਕਦੋਂ ਨਹੀਂ ਹੁੰਦਾ, ਬਟ ਇਹ ਵੀ ਜਿਹੜੇ ਸਫਰਰਸ ਆ ਉਹਨਾਂ ਲਈ ਤਾਂ ਭਾਵੇਂ ਇੱਕ ਦਿਨ ਵੀ ਨਾ ਲੱਗੇ ਤਾਂ ਦੈਟ ਇਜ਼ ਵੈਰੀ ਵੈਰੀ ਕ੍ਰੂਸ਼ੀਅਲ ਫॉर ਹਿਮ ਔਰ ਹਰ। ਕਿੰਨਾ ਗੰਭੀਰ ਹੋ ਸਕਦਾ ਹੈ ਜੀ? ਇਟ ਕੈਨ ਬੀ ਡੈਡਲੀ, ਇਟ ਕੈਨ ਬੀ ਡੈਡਲੀ। ਅਗਰ ਨਹੀਂ ਮੈਨੇਜ ਕਰਦੇ ਤਾਂ ਉਹ ਇਟ ਕੈਨ ਬੀ ਲਾਈਫ ਥ੍ਰੈਟਨਿੰਗ ਐਸ ਵੈਲ। ਤਾਂ ਇਸ 'ਚ ਫਿਰ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ? ਕੁਝ ਜਵਾਬਦੇਹੀ ਸਰ ਇਹਨਾਂ ਦਾ ਤਾਂ ਇਹੀ ਹੁੰਦਾ ਵੀ ਨਹੀਂ ਜੀ ਪੀਜੀਆਈ ਰੈਫਰ ਕਰ ਰਹੇ ਹਾਂ ਤੁਹਾਨੂੰ। ਪੀਜੀਆਈ ਵਾਲੇ ਕੀ ਬੋਲਦੇ ਆ? ਪੀਜੀਆਈ ਵਾਲੇ ਅਟੈਂਡ ਹੀ ਨਹੀਂ ਕਰਦੇ ਬਿਕੋਜ਼ ਨੋਡਲ ਏਜੰਸੀ ਇਜ਼ GMCH। ਰਿਸਪੌਂਸਿਬਿਲਿਟੀ ਇਹਨਾਂ ਦੀ ਬਣਦੀ ਹੈ ਵੀ ਦੇ ਸ਼ੁੱਡ ਪ੍ਰੋਵਾਈਡ। ਕਿਸੇ ਹੱਦ ਤੱਕ ਮੈਨੇਜ ਕਰਦੇ ਆ, ਬਟ ਜਿਹੜੇ ਇੰਸਟੈਂਸਿਸ ਹੁੰਦੇ ਆ ਵਿੱਚੋਂ ਦੈਟ ਇਜ਼ ਵੈਰੀ ਹਾਰਮਫੁਲ। ਦੇਖੋ ਐਮਰਜੈਂਸੀ ਪੇਸ਼ੈਂਟ ਆ ਜਾਏ ਇਸ ਟਾਈਮ ਤਾਂ ਫਿਰ ਨਹੀਂ ਹੈ, ਉਹ ਰੈਫਰ ਕਰਨਗੇ। ਹੁਣ ਕੀਤਾ ਹੀ ਇਹਨਾਂ ਨੇ 2-3 ਪੇਸ਼ੈਂਟਸ ਨੂੰ ਕੀਤਾ, 5 ਪੇਸ਼ੈਂਟਸ ਕੀਤੇ ਇਹਨਾਂ ਨੇ। ਹਾਂਜੀ। ਲਾਈਕ ਮੈਨੂੰ 7 ਤਰੀਕ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਹਾਂਜੀ ਤੁਸੀਂ ਪੀਜੀਆਈ ਇੱਥੇ ਅਵੇਲੇਬਲ ਨਹੀਂ ਹੈਗਾ, ਤੁਸੀਂ ਇਦਾਂ ਕਰੋ ਤੁਸੀਂ ਪੀਜੀਆਈ ਚਲ ਜਾਓ, ਅਸੀਂ ਲਿਖ ਕੇ ਦੇ ਦਿੰਦੇ ਆ ਤੁਹਾਨੂੰ ਤੇ ਤੁਸੀਂ ਪੀਜੀਆਈ ਚਲ ਜਾਓ, ਅਟੈਂਡ ਕਰ ਲੈਣਗੇ ਤੁਹਾਨੂੰ। ਬਟ ਪੀਜੀਆਈ ਵਾਲੇ ਅਟੈਂਡ ਕਰਦੇ ਹੀ ਨਹੀਂ ਬਿਕੋਜ਼ ਉਹਨਾਂ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ। ਹੈ ਰਿਸਪੌਂਸਿਬਿਲਿਟੀ ਇਹਨਾਂ ਦੀ GMCH ਦੀ ਐਂਡ ਐਸ ਪਰ ਡਾਇਰੈਕਸ਼ਨ ਆਫ ਹਾਈ ਕੋਰਟ, ਤੇ ਇਹਨਾਂ ਦੀ ਬਣਦੀ ਹੈ ਰਿਸਪੌਂਸਿਬਿਲਿਟੀ ਇਸ ਚੀਜ਼ ਨੂੰ ਫੁਲਫਿਲ ਕਰਨਾ। नाम इंद्राशन है। मैं कल मेरे कल मतलब रिस्ट में और फीट में स्वेलिंग हो गई थी, तो मैं कल यहाँ पे आया था फैक्टर 8 लेने के लिए। ये पहले इंटेंट करवाते थे, इंटेंट करवाने के लिए बुलाते हैं एक दिन पहले, तो मेरा इंटेंट हो रखा था। देन मैं इनके पास आया, बोला कि मेरे को इंजेक्शन चाहिए, फैक्टर 8 चाहिए, तो उन्होंने बोला कि अभी अवेलेबल नहीं है। मैंने बताया भी कि मेरा इंटेंट हो रखा है। देन उन्होंने फिर भी बोला कि इंटेंट बस हम ऐसे ही करते थे, बाकी लग जाता है किसी और को लग जाता है जो अवेलेबल होते हैं पेशेंट। तो इन्होंने मेरे को ही पीजीआई रेफर कर दिया था, और पीजीआई में कोई मतलब ये देखते नहीं आएंगे, एंड देन वापस ही आना पड़ता है हमारे को। फिर दोबारा फिर जब इनको बताते हैं वहाँ नहीं अटेंड हुआ, फिर क्या बोलते हैं? ये कुछ नहीं बोलते कि आप वेट कर लीजिए, यहाँ पे जब अवेलेबल होएगा देन हम लगा देंगे फैक्टर 8।
अच्छा। हाँ जी। मैं हरप्रीत सिंह, चंडीगढ़ हेमोफिलिक वेलफेयर सोसाइटी चंडीगढ़ की तरफ से अपने सारे पेशेंट्स हमारे हेमोफिलिया के हैं, जो हम यहाँ पे गवर्नमेंट मेडिकल कॉलेज सेक्टर 32 में आज इकट्ठे हुए हैं। हमारी प्रॉब्लम है कि हमें गवर्नमेंट मेडिकल कॉलेज में फैक्टर 8, फैक्टर 9 और जो हमारी को फ्री ट्रीटमेंट अवेलेबल कराने की जो फैसिलिटी प्रोवाइड हुई थी थ्रू कोर्ट, जो हमने पंजाब हरियाणा हाई कोर्ट में अपना 2016 में एक रिट पिटीशन डाली थी, जिसमें डायरेक्शंस हुई थी स्टेट ऑफ चंडीगढ़ को कि टू प्रोवाइड फ्री हेमोफिलिया ट्रीटमेंट टू ऑल द हेमोफिलिक पेशेंट्स। पर ये जो प्रॉब्लम है, ये ब्लीडिंग डिसऑर्डर डिजीज़ है, जिसमें कि एक बार ब्लीडिंग स्टार्ट हो जाती है तो जब तक वो इंजेक्शन नहीं लगेगा तो पेशेंट की वो ब्लीडिंग स्टॉप नहीं होती है, जिससे पेशेंट की डेथ तक हो सकती है। तो ये डायरेक्शन जो है, ये सिर्फ चंडीगढ़ स्टेट अकेला नहीं है जो प्रोवाइड करेगा, पूरे नेशनल लेवल पे हर स्टेट प्रोवाइड कर रही है और इसके सेपरेट फंड सेंट्रल गवर्नमेंट से एलोकेट होते हैं। ये सारे फंडिंग होने के बावजूद भी हमें ये प्रॉब्लम रेगुलर बेसिस पे GMCH 32 में आ रही है कि ये हमें फैक्टर अवेलेबल नहीं होता है टाइमली। सर क्या कीमत होगी इस ड्रग की? सर कीमत तो इसमें जो है, ये थोड़ा कॉस्टली तो प्रोडक्ट होता है, लेकिन ये गवर्नमेंट ऑफ इंडिया जो है वो प्रोक्योर करती है, इसके टेंडर सिस्टम होता है सारा, उस हिसाब से प्रोक्योर करते हैं। जो कॉस्टिंग है, एक टाइम पे ब्लीडिंग की कॉस्ट तकरीबन पेशेंट को जो अगर खुद से लगवानी पड़े 15 से 25 हज़ार रुपये पड़ती है एक ब्लीड को रोकने के लिए। ये नहीं है कि एक बार इंजेक्शन लग गया तो उसका कुछ टाइम पीरियड पूरा निकलेगा, नहीं, ब्लीडिंग अगले दिन भी हो सकती है, तो ये कंटिन्यू लगाना पड़ता है। तो इसकी अवेलेबिलिटी तो एक लाइफ सेविंग मेडिसिन के हिसाब से होनी चाहिए, राउंड द क्लॉक होनी चाहिए हॉस्पिटल में। अगर टाइम पे ट्रीटमेंट नहीं मिलेगा, पेशेंट की डेथ भी हो सकती है। तो इस चीज़ को मद्देनजर रखते हुए हमारी गुजारिश है डायरेक्टर प्रिंसिपल सर से कि कुछ ऐसी टीम बनाएं, ऐसी अवेलेबिलिटी कराएं कि 24 घंटे पेशेंट को जितना रिक्वायर्ड फैक्टर है उतना अवेलेबल हो, उसकी शॉर्टेज होने से पहले ही प्रोक्योर करें। ये प्रॉब्लम होती है कि ये प्रोक्योरमेंट जो है टाइमली नहीं होती है, जिसमें कि बिल्कुल जीरो स्टॉक हो जाता है। अभी भी तकरीबन 1 महीने से इनके पास स्टॉक जो है प्रॉपर नहीं है, तो पेशेंट्स को जितना रिक्वायर्ड है उतना फैक्टर नहीं मिल पा रहा है, जिससे पेशेंट्स की ब्लीडिंग जो है स्टॉप नहीं हो रही है। तो ये रेफर टू PGI कर देते हैं, तो PGI में भी इतना फैक्टर अवेलेबल नहीं होता, लेकिन हमारा स्टेट हॉस्पिटल होने की वजह से GMCH 32 को पूरा प्रॉपर सुविधाएं उपलब्ध करवानी चाहिए, हमारी ये गुजारिश है। तो ये ड्रग फिर बाहर से उपलब्ध करवाते हैं, ये क्या क्या कहते हैं? सर इनका टेंडर सिस्टम होता है, टेंडर इंटरनली ये प्रोक्योर करते हैं टेंडर के कॉल करके। यस, तो इसमें हम पेशेंट के सबके पर्सनल एक्सपीरियंस है, आप सभी बताएंगे। मेरे साथ अपने अशोक जी हैं, जगत प्रकाश जी हैं, आप उनसे पूछिए। मेरा नाम अशोक कुमार है जी, मैं चंडीगढ़ से प्रॉपर हेमोफिलिक पेशेंट हूँ, जिसमें यहाँ 32 में हमें फैक्टर 8 की बोर्ड की तरफ से मतलब कि जो डायरेक्शन दी गई थी, उसमें हमें फैक्टर 8 की अवेलेबिलिटी यहाँ बहुत टाइट रहती है जी। जो जितना फैक्टर या जिस तरीके से यहाँ मिलना चाहिए वो नहीं मिल पा रहा है जी। जैसा हमारी पॉलिसी में, हाई कोर्ट की पॉलिसी में 3-4 क्लोज दिए गए हैं, अभी तक GMCH 32 में मतलब किसी भी क्लोज को पूरा नहीं किया गया। अभी भी कल हमारे जो हैं सोसाइटी के 4-5 पेशेंट यहाँ पे आए हैं, यहाँ उनको फैक्टर ना मिलने की वजह से उनको इधर उधर PGI या पंचकुला 6 सेक्टर कितने पेशेंट है सर? रेफर कर दिया गया है जी। यहाँ पर कितने पेशेंट है टोटल सर आपके? 50 से ज़्यादा है यहाँ खाली चंडीगढ़ चैप्टर में हमारी सोसाइटी में 50 से ज़्यादा पेशेंट हैं जी। अच्छा जी। ਮੇਰਾ ਨਾਮ ਰਾਜਕੁਮਾਰ ਹੈ ਜੀ, ਤੇ ਮੇਰਾ ਬੇਟਾ ਜਿਹੜਾ ਹੀਮੋਫੀਲੀਆ ਪੇਸ਼ੈਂਟ ਹੈਗਾ। ਅੱਛਾ ਜੀ। ਤੇ ਅਕਸਰ ਸਾਨੂੰ ਇਸ ਪ੍ਰੋਬਲਮ ਨੂੰ ਜੂਝਣਾ ਪੈਂਦਾ ਹੈਗਾ ਕਿ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਕਦੀ ਵੀ ਟਾਈਮਲੀ ਜਿਹੜਾ ਫੈਕਟਰ ਅਵੇਲੇਬਲ ਨਹੀਂ ਕਰਵਾ ਪਾਉਂਦਾ। ਮਤਲਬ ਅਗਰ ਅਸੀਂ 365 ਦਿਨਾਂ ਦੀ ਗੱਲ ਕਰੀਏ, ਉਹਦੇ ਚੋਂ 65 ਦਿਨ ਹੀ ਸਾਨੂੰ ਫੈਕਟਰ ਉਰੇ ਮਿਲਦਾ, 300 ਦਿਨ ਨਹੀਂ ਮਿਲਦਾ। ਸੋ ਮੈਂ ਇੱਕ ਬੜੇ ਆਸਾਨ ਜਿਹੇ ਤਰੀਕੇ ਨਾਲ ਇਹ ਗੱਲ ਸਮਝਾਉਣਾ ਚਾਹਾਂਗਾ ਕਿ ਜਿਵੇਂ ਕਿਸੇ ਆਦਮੀ ਨੂੰ ਸਾਹ ਲੈਣ ਲਈ ਆਕਸੀਜਨ ਚਾਹੀਦੀ ਹੁੰਦੀ ਨਾ ਜੀ, ਤੇ ਹੀਮੋਫੀਲੀਆ ਪੇਸ਼ੈਂਟ ਨੂੰ ਜਿਹੜਾ ਫੈਕਟਰ ਚਾਹੀਦਾ। ਤੁਸੀਂ ਇਹ ਸੋਚ ਕੇ ਦੇਖੋਗੇ ਅਗਰ ਕਿਸੇ ਬੰਦੇ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਉਹਦਾ ਕੀ ਹਾਲ ਹੋਊਗਾ। ਠੀਕ ਹੈ ਜੀ। ਤੇ ਅਕਸਰ ਬਹੁਤ ਛੋਟੀ ਜੀ ਗੱਲ ਹੈ, ਜਦੋਂ ਅਸੀਂ ਇੱਥੇ ਡਿਪਾਰਟਮੈਂਟ 'ਚ ਫੈਕਟਰ ਲਈ ਆਉਂਦੇ ਹਾਂ, ਜਾਂ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਹੈ ਨਹੀਂ, ਜਾਂ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ PGI ਚਲੇ ਜਾਓ। ਇਹ ਕਿਵੇਂ ਸੰਭਵ ਹੈ ਕਿ ਜਿਹੜਾ ਬੰਦਾ ਇਸ ਤਰ੍ਹਾਂ ਜਿਹੜਾ ਲਾਈਫ ਸਰਵਾਈਵ ਕਰ ਪਾਊਗਾ? ਔਰ ਇਹ ਬਹੁਤ ਛੋਟੀ ਜੀ ਗੱਲ ਇਹਨਾਂ ਨੂੰ ਲੱਗਦੀ ਹੈ ਕਿ ਫੈਕਟਰ ਹੈ ਨਹੀਂ, ਇਹਨਾਂ ਨੇ ਆਪਣੇ ਕੋਲੋਂ ਤਾਂ ਦੇਣਾ ਨਹੀਂ ਹੈਗਾ, ਗਵਰਨਮੈਂਟ ਨੇ ਪ੍ਰੋਵਾਈਡ ਕਰਨਾ ਹੈਗਾ। बीमारी के विस्तार बारे बताएंगे थोड़ा जिहा, की ਹੁੰਦੀ ਹੈ ਚੀਜ਼? ਸਰ ਐਕਚੁਅਲੀ ਸਰ ਬਿਮਾਰੀ ਜਿਹੜੀ ਹੈਗੀ ਹੈ ਕਿ ਜਿਹੜੇ ਹੀਮੋਫੀਲੀਆ ਪੇਸ਼ੈਂਟ ਨੇ 2-3 ਤਰ੍ਹਾਂ ਦੀ ਜਿਹੜੀ ਹੈ ਕੈਟਾਗਰੀ 'ਚ ਆਉਂਦੇ ਨੇ। ਇਹਦੇ 'ਚ ਜਿਹੜੇ ਸਾਡੇ ਸੀਵੀਅਰ ਪੇਸ਼ੈਂਟ ਨੇ, ਉਹਨਾਂ ਦੀ ਜਿਹੜੀ ਲਾਈਫ ਹੈ ਹਮੇਸ਼ਾ ਬਹੁਤ ਮਤਲਬ ਖਤਰੇ ਵਿੱਚ ਹੀ ਰਹਿੰਦੀ ਹੈ। ਕਦੇ ਵੀ ਉਹਨਾਂ ਦੇ ਕੋਈ ਵੀ ਜੁਆਇੰਟ ਬਿਨਾਂ ਕੁਝ ਕੀਤੇ ਕਰਾਏ, ਬਿਨਾਂ ਕਿਸੇ ਐਕਟੀਵਿਟੀ ਦੇ ਬਲੀਡ ਹੋ ਜਾਂਦਾ। ਪਤਾ ਲੱਗਿਆ ਬੱਚਾ ਰਾਤ ਨੂੰ ਸੁੱਤਾ ਸੀਗਾ ਜਾਂ ਕੋਈ ਵੀ ਕਿਸੇ ਏਜ ਦਾ ਹੈਗਾ, ਸਵੇਰੇ ਪਤਾ ਲੱਗਿਆ ਗੋਡਾ ਸੁੱਜਾ ਹੋਇਆ ਮਿਲਿਆ, ਮੁੰਡਾ ਸੁੱਜਾ ਹੋਇਆ ਮਿਲਿਆ, ਕੂਣੀ ਸੁੱਜੀ ਹੋਈ ਮਿਲੀ, ਮੂੰਹ ਤੋਂ ਬਲੱਡ ਆਉਂਦਾ ਮਿਲਿਆ, ਤੇ ਉਹ ਬਲੱਡ ਉਦੋਂ ਤੱਕ ਬੰਦ ਨਹੀਂ ਹੁੰਦਾ ਹੈਗਾ ਜਦ ਤੱਕ ਉਹਨੂੰ ਫੈਕਟਰ ਦਾ ਇੰਜੈਕਸ਼ਨ ਨਹੀਂ ਦਿੱਤਾ ਜਾਂਦਾ।
ਤੁਸੀਂ ਦੇਖੋ ਸਾਡੀ ਜਿਹੜੀ ਪੂਰੀ ਫੈਮਿਲੀਜ਼ ਨੇ ਜਾਂ ਉਹ ਪੇਸ਼ੈਂਟ ਨੇ ਉਹ ਕਿੱਦਾਂ ਸਰਵਾਈਵ ਕਰ ਰਹੇ ਨੇ ਇਹ ਜੀਵਨ। ਤੇ ਐਡਮਿਨਿਸਟ੍ਰੇਸ਼ਨ ਨੂੰ ਇਹ ਬਹੁਤ ਛੋਟੀ ਜੀ ਗੱਲ ਲੱਗਦੀ ਹੈਗੀ ਹੈ ਕਿ ਹੈ ਨਹੀਂ ਜੀ ਫੈਕਟਰ। ਇਹ ਅਸੀਂ ਅਦਰਵਾਈਜ਼ ਤਾਂ ਖੁਦ ਵੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ ਫੈਕਟਰ ਖੁਦ ਖਰੀਦੀਏ, ਲੇਕਿਨ ਅਸੀਂ ਮਿਡਲ ਕਲਾਸ ਨੂੰ ਬਿਲੋਂਗ ਕਰਦੇ ਸਾਰੇ ਪਰਿਵਾਰ, ਸਾਡੀ ਮਜਬੂਰੀ ਇਹ ਹੈਗੀ ਹੈ ਕਿ ਇਸ ਮੈਡੀਸਨ ਦੀ ਜਿਹੜੀ ਕੀਮਤ ਬਹੁਤ ਜ਼ਿਆਦਾ ਹੈ। ਇੰਡੀਵਿਜੂਅਲ ਲੋਕਾਂ ਲਈ ਇਹ ਜਿਹੜਾ ਪ੍ਰੋਕਿਉਰ ਕਰਨਾ ਪੇਸ਼ੈਂਟ ਨੂੰ ਉਪਲਬਧ ਕਰਾਉਣਾ ਬਹੁਤ ਮੁਸ਼ਕਿਲ ਹੈ। ਤੇ ਸਾਡੀ ਜਿਹੜੀ ਗੁਜ਼ਾਰਿਸ਼ ਹੈ ਐਡਮਿਨਿਸਟ੍ਰੇਸ਼ਨ ਦੇ ਅੱਗੇ ਕਿ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਸਾਡੇ ਨਾਲ ਨਾ ਕੀਤਾ ਜਾਵੇ। ਇੱਕ ਹੋਰ ਵੱਡੀ ਗੱਲ ਹੈ ਕਿ ਚੰਡੀਗੜ੍ਹ ਨੂੰ ਹਮੇਸ਼ਾ ਜਿਹੜਾ ਨਾ ਹਰ ਚੀਜ਼ ਦੇ ਅੱਗੇ ਜਿਹੜਾ ਅਗਰਨੀ ਸਮਝਿਆ ਜਾਂਦਾ ਕਿ ਕਿਸੇ ਵੀ ਚੀਜ਼ ਨੂੰ ਮੋਹਰੇ ਹੋ ਕੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਰਦਾ ਹੈ, ਲੇਕਿਨ ਹੀਮੋਫੀਲੀਆ ਦੇ ਮਾਮਲੇ 'ਚ ਦੇਖੋ ਸਾਡਾ ਐਕਸਪੀਰੀਅੰਸ ਜਿਹੜਾ ਚੰਡੀਗੜ੍ਹ ਨਾਲ ਰਿਹਾ ਕੰਪੈਰੀਟਿਵਲੀ ਅਦਰ ਸਟੇਟਸ, ਈਵਨ ਜਿਹੜੀ ਜੰਮੂ ਕਸ਼ਮੀਰ ਸਟੇਟ ਵੀ ਬਿਲਕੁਲ ਲੇਟੈਸਟ ਮੈਡੀਸਨ ਹੈਗੀ ਹੀਮਲਿਬਰਾ ਨਾਮ ਦੀ, ਉਹ ਪ੍ਰੋਵਾਈਡ ਕਰਦੀ ਹੈ। ਪੰਜਾਬ ਗਵਰਨਮੈਂਟ ਦਾ ਤਕਰੀਬਨ ਫੈਕਟਰ ਜਿਹੜਾ ਹੈਗਾ ਇਹਨਾਂ ਨਾਲੋਂ ਪ੍ਰੋਵਾਈਡ ਕਰਨ ਦਾ ਤਰੀਕਾ ਬਹੁਤ ਅੱਛਾ ਹੈਗਾ। ਬਾਕੀ ਸਟੇਟ ਹਰਿਆਣੇ 'ਚ ਬਹੁਤ ਅੱਛਾ ਹੈ, ਲੇਕਿਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੂਰੇ ਹਿੰਦੁਸਤਾਨ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਸਭ ਤੋਂ ਜਿਹੜਾ ਨਿਮਨ ਸਤਰ ਦਾ ਜਿਹੜਾ ਪ੍ਰੋਕਿਉਰਮੈਂਟ ਦਾ ਜਿਹੜਾ ਤਰੀਕਾ ਹੈਗਾ। ਕੀ ਕਾਰਨ ਹੈ? ਕੁਝ ਕਾਰਨ ਦੱਸ ਸਕਦੇ ਹੋ ਤੁਸੀਂ? ਪ੍ਰੋਵਾਈਡ ਕਿਉਂ ਨਹੀਂ ਕਰਾ ਸਕਦੇ ਕਿ ਇੰਨੇ ਪੇਸ਼ੈਂਟ ਆ ਰਹੇ ਆ, ਇਹਨਾਂ ਨੂੰ ਵੀ ਪਤਾ ਹੈ ਕਿੰਨੀ ਦਰਦਨਾਕ ਦਵਾਈ ਹੈ, ਐਂਟੀਡੋਜ਼ ਹੈ, ਇਸ ਦੇ ਬਗੈਰ ਪੇਸ਼ੈਂਟ ਨਹੀਂ ਰਹਿ ਸਕਦਾ, ਕੀ ਕਾਰਨ ਹੋ ਸਕਦਾ? ਤੇ ਮੈਂ ਤਾਂ ਸਮਝਦਾ ਜੀ ਇਹ ਗੱਲ ਜਿਹੜੀ ਹੈ ਤਾਂ ਐਡਮਿਨਿਸਟ੍ਰੇਸ਼ਨ ਮੇਰੇ ਨਾਲੋਂ ਜ਼ਿਆਦਾ ਵਧੀਆ ਦੱਸ ਸਕਦਾ ਕਿ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ। ਇਹ ਤਾਂ ਐਡਮਿਨਿਸਟ੍ਰੇਸ਼ਨ ਦੱਸ ਸਕਦਾ ਪੇਸ਼ੈਂਟ ਨੂੰ। ਜ਼ਰੂਰ ਹਾਂ, ਟੋਟਲ ਕਿੰਨੇ ਪੇਸ਼ੈਂਟਸ ਦੱਸ? ਚੰਡੀਗੜ੍ਹ ਚੈਪਟਰ ਜਿਹੜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਕਰੀਬ ਜਿਹੜੇ 50 ਦੇ ਕਰੀਬ ਜਿਹੜੇ ਰਜਿਸਟਰਡ ਪੇਸ਼ੈਂਟ ਹੈਗੇ ਨੇ, ਤੇ ਮੇਰੇ ਨਾਲੋਂ ਜ਼ਿਆਦਾ ਵਧੀਆ ਜਿਹੜਾ ਐਡਮਿਨਿਸਟ੍ਰੇਸ਼ਨ ਦੱਸ ਸਕਦਾ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ, ਕਿਉਂ ਨਹੀਂ ਪ੍ਰੋਕਿਉਰ ਕਰ ਪਾ ਰਹੇ ਟਾਈਮਲੀ। ਅੱਛਾ, ਇੱਧਰ ਤਾਂ ਸਾਨੂੰ ਪੀਜੀਆਈ ਰੈਫਰ ਕਰਦੇ ਫਿਰ ਪੀਜੀਆਈ ਵਾਲੇ ਕੀ ਕਹਿੰਦੇ ਨੇ? ਪੀਜੀਆਈ ਵੀ ਮੋਸਟਲੀ ਸਰ ਨਹੀਂ ਮਿਲਦਾ ਹੈਗਾ, ਪੀਜੀਆਈ ਦੇ ਤਾਂ ਪੂਰੇ ਹਿੰਦੁਸਤਾਨ ਦਾ ਲੋਡ ਹੈਗਾ। ਹਾਂਜੀ, ਠੀਕ ਹੈ ਨਾ ਜੀ, ਤੇ ਪੀਜੀਆਈ ਵੀ ਤਕਰੀਬਨ ਨਹੀਂ ਕਰ ਪਾਉਂਦਾ ਹੈਗਾ ਸਰ, ਨਹੀਂ ਕਰ। ਫਿਰ ਕਿੱਦਾਂ ਸਰਵਾਈਵ ਕਰਦੇ ਹੋ? ਮਤਲਬ ਤੁਸੀਂ ਕਹਿੰਦੇ ਜਦ ਇੱਕ ਦਿਨ ਨਹੀਂ ਰਹਿ ਸਕਦੇ, ਦਰਦ ਦੇ ਨਾਲ ਜੂਝਦੇ ਨੇ। ਤੁਸੀਂ ਦੇਖੋ ਕਿ ਸਾਡੇ ਨਾਲ ਜਿੰਨੇ ਪੇਸ਼ੈਂਟ ਅੱਜ ਮੇਰੇ ਸੱਜੇ ਖੱਬੇ ਖੜੇ ਨੇ, ਇਹ ਉਹਨਾਂ ਪ੍ਰੋਬਲਮਸ ਦੇ ਕਾਰਨ ਆਪਣੇ ਜਿਹੜੇ ਸਰੀਰ ਦੇ ਅੰਗ ਗਵਾ ਚੁੱਕੇ ਨੇ। ਇਸੇ ਤਰ੍ਹਾਂ ਹੁੰਦਾ ਕੀ ਹੈ, ਅਗਰ ਤੁਸੀਂ ਬਾਰ-ਬਾਰ ਬਲੀਡ ਹੁੰਦਾ ਰਹਿੰਦਾ ਹੈ ਤੇ ਸਰੀਰ ਦੇ ਅੰਗ ਜਾਣ ਦੇ ਨਾਲ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ, ਲੇਕਿਨ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ। ਤੁਸੀਂ ਦੇਖ ਸਕਦੇ ਹੋ ਸੱਜੇ ਖੱਬੇ ਜਿਹੜਾ ਸਰਵਾਈਵ ਕਰਨਾ ਮੁਸ਼ਕਲ ਹੋ ਰਿਹਾ। ਦੇਖੋ ਹਾਲ ਦੇਖੋ ਨਾ ਜੀ ਪੇਸ਼ੈਂਟਸ ਦਾ। ਇਹ ਫੈਕਟਰਸ ਦੀ ਨੌਨ ਅਵੇਲੇਬਿਲਿਟੀ ਦੇ ਕਾਰਨ ਲੋਕਾਂ ਦੀ ਇਹ ਹਾਲ ਹੋਈ ਹੈ। ਅਗਰ ਇਹ ਟਾਈਮਲੀ ਮਿਲਦਾ ਰਹਿੰਦਾ ਤੇ ਇਹ ਹਾਲ ਨਾ ਹੁੰਦਾ। मैं जगत प्रकाश चंडीगढ़ तो बिलोंग करता जी और 59 ईयर ਦੀ ਮੇਰੀ ਏਜ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਬਿਮਾਰੀ ਤੋਂ ਗ੍ਰਸਤ ਹੋਏ ਜੀ? ਬਾਈ ਬਰਥ ਇਹ ਬਿਮਾਰੀ ਹੁੰਦੀ ਹੈ ਜੀ। ਅੱਛਾ, ਬਾਈ ਬਰਥ ਜਿਹੜੀ ਇਹ ਬਿਮਾਰੀ ਹੁੰਦੀ ਹੈ ਔਰ ਉਸ ਦੇ ਵਿੱਚ ਕੀ ਹੈ ਕਿ ਇੱਕ ਜਗ੍ਹਾ ਬਲੀਡ ਕਰਨ ਲੱਗ ਜਾਏ ਆਦਮੀ ਦਾ ਤਾਂ ਉਹ ਬਲੀਡ ਜਿਹੜਾ ਹੈ ਬਾਰ-ਬਾਰ ਉਹ ਜੁਆਇੰਟ ਡੈਮੇਜ ਹੋ ਜਾਂਦਾ ਹੈ। ਉੱਥੇ ਮਤਲਬ ਕੋਈ ਵੀ ਮਤਲਬ ਉਸ ਤੋਂ ਬਾਅਦ ਟ੍ਰੀਟਮੈਂਟ ਉਹਦਾ ਹੀ ਹੈ ਕਿ ਫੈਕਟਰ ਮਿਲੇ ਟਾਈਮਲੀ ਔਰ ਫੈਕਟਰ ਵੀ ਪ੍ਰੋਪਰ ਮਿਲੇ ਤਾਂ ਕਿ ਜਿਹੜੇ ਸਾਡੇ ਜਿਹੜੇ ਗਿੱਟੇ ਗੋਟੇ ਜਿਹੜੇ ਹੈ ਸੁੱਜਦੇ ਹੈ ਜਾਂ ਕੋਈ ਵੀ ਕਿਤੋਂ ਬਲੀਡ ਕਰਦਾ ਹੈ ਤਾਂ ਠੀਕ ਰਹਿਣ। ਲੇਕਿਨ ਮਤਲਬ ਇੰਨੀ ਜ਼ਿਆਦਾ ਸ਼ਾਰਟੇਜ ਰਹਿੰਦੀ ਹੈ ਜਾਂ ਇੰਨੀ ਕਮੀ ਮੰਨ ਲਓ ਵੀ ਮਹੀਨੇ ਦੇ ਵਿੱਚ 15 ਦਿਨ ਇਹਨਾਂ ਕੋਲ ਆਉਂਦਾ, 15 ਦਿਨ ਖਤਮ ਹੋ ਜਾਂਦਾ ਹੈ ਫੈਕਟਰ, ਔਰ ਪ੍ਰੋਪਰ ਫੈਕਟਰ ਦਿੰਦੇ ਵੀ ਨਹੀਂ ਜਿੰਨੀ ਡੋਜ਼ ਚੇਂਜ ਹੁੰਦੀ ਹੈ। ਇਸ ਕਰਕੇ ਮੇਰਾ ਹਿੱਪ ਵਾਲਾ ਜੁਆਇੰਟ ਨੀ ਹੈ ਜਿਹੜਾ ਮੇਰਾ ਇੱਧਰ ਜਿਹੜਾ ਗੋਡਾ ਹੈ ਇਹ ਬਿਲਕੁਲ ਬਲੌਕ ਹੋ ਗਿਆ ਹੈ ਡਿਊ ਟੂ ਫੈਕਟਰ ਨਾ ਮਿਲਣ ਦੇ ਕਾਰਨ। ਅੱਜ ਵੀ ਨਹੀਂ ਹੈ ਇਹਨਾਂ ਕੋਲ? ਅੱਜ ਵੀ ਨਹੀਂ ਹੈ ਜੀ। ਕੱਲ ਵੀ 4-5 ਪੇਸ਼ੈਂਟ ਸਾਡੇ ਆਏ ਸੀਗੇ, 5 ਪੇਸ਼ੈਂਟ ਆਏ ਸੀ ਜੀ, 5 ਨੂੰ ਇਹਨਾਂ ਨੇ ਮਨਾ ਕਰਤਾ। 4 ਦੇ ਤਾਂ ਕਾਰਡ ਦੇ ਉੱਤੇ ਵੀ ਲਿਖ ਕੇ ਦਿੱਤਾ ਜੀ ਰੈਫਰ ਟੂ ਪੀਜੀਆਈ ਜਾਂ ਅਦਰ ਹਸਪੀਟਲ। ਠੀਕ ਹੈ ਨਾ ਜੀ। ਇੱਕ ਪੇਸ਼ੈਂਟ ਤਾਂ ਇੰਨਾ ਜ਼ਿਆਦਾ ਮਤਲਬ ਬਿਮਾਰ ਹੈ, ਉਹ ਸਟ੍ਰਕਚਰ ਤੇ ਉਹਦੇ ਪਾਪਾ ਲੈ ਕੇ ਆਏ ਸੀਗੇ ਉਹਨੂੰ, ਲੇਕਿਨ ਉਹਨੂੰ ਕਹਿੰਦੇ ਜੀ ਪੀਜੀਆਈ ਚਲੇ ਜਾਓ ਤੁਸੀਂ, ਪੀਜੀਆਈ ਉਹਦੇ ਕਾਰਡ ਤੇ ਲਿਖਤਾ ਪੀਜੀਆਈ ਚਲੇ ਜਾਓ। ਉਹ ਪੀਜੀਆਈ ਵੀ बेचारा ਧੱਕੇ ਖਾਇਆ, ਲੇਕਿਨ ਪੀਜੀਆਈ ਵੀ ਅਵੇਲੇਬਲ ਨਹੀਂ ਹੋਇਆ। ਹਾਰ ਕੇ ਫਿਰ ਉਹਨੇ ਪੇਨ ਕਿਲਰ ਵਗੈਰਾ ਲਗਾ ਕੇ ਲੈ ਕੇ ਰਾਤ ਨੂੰ ਟਾਈਮ ਪਾਸ ਕੀਤਾ। ਕਿੰਨੇ ਕੁ ਪੇਸ਼ੈਂਟ ਹੋਣੇ ਜਿਹੜੇ ਇਸ ਜਿਹੜਾ ਟੀਕਾ ਜਿਹੜੇ ਚੀਜ਼ ਇਹਨਾਂ ਨੂੰ ਮਿਲਦੀ ਨਹੀਂ ਹੈ, ਟੀਕਾ ਜਿਹੜਾ ਐਂਟੀਡੋਟ ਹੈਗੀ ਹੈ, ਜੇ ਨਾ ਮਿਲਣ ਤਾਂ ਕਿੰਨੀ ਕੁ ਗੰਭੀਰ ਸਥਿਤੀ ਹੋ ਸਕਦੀ ਹੈ ਪੇਸ਼ੈਂਟ? ਉਹ ਸਰ ਮਰੀਜ਼ ਦੀ ਜਾਨ ਤੱਕ ਵੀ ਜਾ ਸਕਦੀ ਹੈ ਜੀ। ਅਗਰ ਅਗਰ आप ब्लीड कर रहे हैं कितों भी अगर ब्लीड कर गया तो अगर मान लो मेरे पेट ਦੇ ਵਿੱਚੋਂ ब्लीड कर रहा है, ਮੈਨੂੰ ਨਹੀਂ ਪਤਾ ਲੱਗਿਆ ਔਰ ਮੈਂ ਫੈਕਟਰ ਨਹੀਂ ਮਿਲਿਆ ਮੈਨੂੰ, तो 2 या 3 ਦਿਨਾਂ ਦੇ ਅੰਦਰ ਅੰਦਰ पेशेंट की डेथ भी हो सकती है। अगर आपने अभी तक हमारे चैनल को सब्सक्राइब नहीं किया है तो आज ही सब्सक्राइब करें,